ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1364 ਤੋਂ ਭਗਤ ਕਬੀਰ ਜੀ ਦੇ ਸ਼ਲੋਕ ਆਰੰਭ ਹੁੰਦੇ ਹਨ ਅਤੇ 1377 ਅੰਗ ਤੱਕ 243 ਸ਼ਲੋਕ ਹਨ। ਸਾਧ ਸੰਗਤ ਜੀ, 1365 ਅੰਗ 'ਤੇ ਵਿਚਾਰ ਕੀਤੀ। ਅੱਜ 1366 ਅੰਗ 'ਤੇ ਵਿਚਾਰ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੈ ਬਾਰ। ਜੋ ਬਨ ਫਲ ਪਾ ਕੇ ਭੋਏ, ਗਿਰੈ ਬਹੁਰ ਨਾ ਲਾਗੈ ਡਾਰ। ਕਬੀਰ ਜੀ ਕਹਿੰਦੇ ਹਨ, ਮਨੁੱਖਾ ਜਨਮ ਦੁਰਲਭ ਹੈ। ਇਹ ਮੁੜ ਮੁੜ ਨਹੀਂ ਹੁੰਦਾ। ਜਿਸ ਤਰ੍ਹਾਂ ਬਰਿਛਾਂ ਦੇ ਪੱਕੇ ਹੋਏ ਫਲ ਭੁੱਜੇ ਡਿੱਗ ਪੈਂਦੇ ਹਨ ਅਤੇ ਫਿਰ ਬਰਿਛਾਂ ਦੀ ਡਾਲੀ ਨਾਲ ਨਹੀਂ ਲੱਗਦੇ। ਕਬੀਰਾ ਤੂੰ ਹੀ ਕਬੀਰ, ਤੂੰ ਤੇਰੋ ਨਾਉ ਕਬੀਰ। ਰਾਮ ਰਤਨ ਤਬ ਪਾਈਐ, ਜੋ ਪਹਿਲੇ ਤਜੈ ਸਰੀਰ। ਹੇ ਕਬੀਰ, ਤੂੰ ਹੀ ਕਬੀਰ ਹੈ ਅਤੇ ਤੇਰਾ ਨਾਮ ਹੀ ਕਬੀਰ ਹੈ। ਵਾਹਿਗੁਰੂ ਦੇ ਅਮੋਲਕ ਰਤਨ ਨੂੰ ਤਦੋਂ ਪਾਈਦਾ ਹੈ ਜਦੋਂ ਪਹਿਲਾਂ ਸਰੀਰ ਦਾ ਆਪਾ ਭਾਉ ਤਿਆਗ ਦੇਈਏ। ਕਬੀਰ ਝਖ ਨਾ ਝਖੀਐ, ਤੁਮਰੋ ਕਹਿਓ ਨਾ ਹੋਏ। ਕਰਮ ਕਰੀਮ ਜੋ ਕਰ ਰਹੇ, ਮੇਟ ਨਾ ਸਾਕੈ ਕੋਇ। ਹੇ ਕਬੀਰ, ਬੇਅਰਥ ਬਕ ਬਕ ਨਾ ਕਰੀਏ। ਤੇਰਾ ਕਿਹਾ ਕਿਛ ਨਹੀਂ ਹੋਣਾ। ਬਖਸ਼ੀਸ ਕਰਨ ਵਾਲਾ, ਬਖਸ਼ੀਸ ਦਾ ਮਾਲਕ ਵਾਹਿਗੁਰੂ ਜੋ ਕਰਦਾ ਹੈ, ਉਸ ਨੂੰ ਕੋਈ ਮੇਟ ਨਹੀਂ ਸਕਦਾ। ਕਬੀਰ ਕਸੋਟੀ ਰਾਮ ਕੀ, ਝੂਠਾ ਟਿਕੈ ਨਾ ਕੋਈ। ਰਾਮ ਕਸੋਟੀ ਸੋ ਸਹੈ, ਜੋ ਮਰ ਜੀਵਾ ਹੋਏ। ਕਬੀਰ ਜੀ ਕਹਿੰਦੇ ਹਨ, ਵਾਹਿਗੁਰੂ ਦੀ ਕਸੋਟੀ ਪਰਖ ਅੱਗੇ ਕੋਈ ਝੂਠਾ ਨਹੀਂ ਠਹਿਰ ਸਕਦਾ। ਵਾਹਿਗੁਰੂ ਦੀ ਪਰਖ ਉਹੀ ਸਹਾਰਦਾ ਹੈ ਜਿਹੜਾ ਜੀਵ ਸੰਸਾਰ ਦੇ ਮੋਹ ਵੱਲੋਂ ਮਰ ਕੇ ਵਾਹਿਗੁਰੂ ਦੇ ਪ੍ਰੇਮ ਵਿੱਚ ਜਿਉਂਦਾ ਹੈ। ਕਬੀਰ ਊਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਹੇ। ਏਕਸ ਹਰਿ ਕੇ ਨਾਮ ਬਿਨ, ਬਾਧੇ ਜਮ ਪੁਰ ਜਾਹੇ। ਹੇ ਕਬੀਰ, ਜਿਹੜੇ ਸੋਹਣੇ ਕੱਪੜੇ ਪਹਿਨਦੇ ਹਨ ਅਤੇ ਪਾਨ ਸੁਪਾਰੀਆਂ ਖਾਂਦੇ ਹਨ, ਉਹ ਇੱਕ ਹਰੀ ਦੇ ਨਾਮ ਸਿਮਰਨ ਤੋਂ ਬਿਨਾਂ ਜੰਮਾਂ ਦੇ ਬੰਨ੍ਹੇ ਹੋਏ ਜਮਪੁਰੀ ਨੂੰ ਜਾਂਦੇ ਹਨ। ਕਬੀਰ ਬੇੜਾ ਜਰਜਰਾ, ਫੂਟੇ 6000। ਹਰ ਰੂਏ ਤਿਰ ਗਏ, ਡੂਬੇ ਜਿਨ ਸਿਰ ਪਾਰ। ਕਬੀਰ ਜੀ ਕਹਿੰਦੇ ਹਨ, ਇਹ ਸਰੀਰ ਰੂਪ ਬੇੜਾ ਭੁਰਭੁਰਾ ਹੈ, ਜਿਸ ਨੂੰ ਹਜ਼ਾਰਾਂ ਛੇਕ ਫੁੱਟੇ ਪਏ ਹੋਏ ਹਨ। ਪੁਨ ਆਤਮਾ ਹੋਲੇ ਪੁਰਸ਼ ਤਾਂ ਇਸ ਸੰਸਾਰ ਸਮੁੰਦਰ ਤੋਂ ਤਰ ਗਏ, ਪਰ ਜਿਨ੍ਹਾਂ ਦੇ ਸਿਰ ਉੱਤੇ ਪਾਪਾ ਰੂਪੀ ਭਾਰ ਸੀ, ਉਹ ਵਿੱਚ ਹੀ ਡੁੱਬ ਗਏ। ਕਬੀਰ ਹਾਡ ਜਰੇ ਜੋ ਲਾਕਰੀ, ਕੇਸ ਜਰੇ ਜੋ ਕਾਸ।
ਇਹ ਜਗ ਜਰਤਾ ਦੇਖ ਕੈ ਪਇਓ ਕਬੀਰ ਉਦਾਸ। ਕਬੀਰ ਜੀ ਕਹਿੰਦੇ ਹਨ, ਪੁਰਸ਼ ਦੇ ਹੱਡ ਇਸ ਤਰ੍ਹਾਂ ਸੜਦੇ ਹਨ ਜਿਵੇਂ ਲੱਕੜੀ ਸੜਦੀ ਹੈ, ਅਤੇ ਸਰੀਰ ਦੇ ਵਾਲ ਘਾਹ ਵਾਂਗੂ ਸੜਦੇ ਹਨ। ਇਸ ਤਰ੍ਹਾਂ ਇਸ ਸੰਸਾਰ ਨੂੰ ਸੜਦੇ ਵੇਖ ਕੇ ਕਬੀਰ ਮੈਂ ਉਦਾਸ ਹੋ ਗਿਆ ਹਾਂ। ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾਡ, ਹੈ ਵਰ ਊਪਰ ਛਤਰ ਤਰ ਤੇ ਫੁਨ ਧਰਣੀ ਗਾਡ। ਹੇ ਕਬੀਰ, ਸਰੀਰ ਦਾ ਅਹੰਕਾਰ ਨਾ ਕਰੀਏ। ਇਹ ਤਾਂ ਚੰਮ ਨਾਲ ਲਪੇਟੇ ਹੋਏ ਹੱਡ ਹਨ। ਚੰਗੇ ਘੋੜਿਆਂ ਉੱਤੇ ਚੜ੍ਹਨ ਤੇ ਛਤਰਾਂ ਹੇਠਾਂ ਤੁਰਨ ਵਾਲੇ ਧਰਤੀ ਵਿੱਚ ਹੀ ਗੱਡੇ ਜਾਂਦੇ ਹਨ। ਕਬੀਰ ਗਰਬ ਨਾ ਕੀਜੀਐ ਊਚਾ ਦੇਖ ਆਵਾਸ, ਆਜ ਕਾਲ ਭੋਏ ਲੇਟਨਾ ਊਪਰ ਜਾਮੈ ਕਾਸ। ਹੇ ਕਬੀਰ, ਆਪਣਾ ਉੱਚਾ ਘਰ ਦੇਖ ਕੇ ਅਹੰਕਾਰ ਨਾ ਕਰੀਏ, ਕਿਉਂਕਿ ਅੰਤ ਨੂੰ ਅੱਜ ਕੱਲ੍ਹ ਧਰਤੀ ਉੱਤੇ ਹੀ ਲੰਮਾ ਪੈਣਾ, ਮਿੱਟੀ ਵਿੱਚ ਰਲ ਜਾਣਾ ਹੈ ਅਤੇ ਉੱਪਰ ਘਾਹ ਉੱਗ ਪਏਗਾ। ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਈ, ਅਜੋ ਸੋ ਨਾਉ ਸਮੁੰਦਰ ਮਹਿ ਕਿਆ ਜਾਣਿਓ ਕਿਆ ਹੋਈ। ਕਬੀਰ ਜੀ ਕਹਿੰਦੇ ਹਨ, ਅਹੰਕਾਰ ਨਾ ਕਰੀਏ ਅਤੇ ਕਿਸੇ ਕੰਗਾਲ ਨੂੰ ਵੇਖ ਕੇ ਹੱਸੀਏ ਨਾ, ਕਿਉਂਕਿ ਅਜੇ ਵੀ ਬੇੜੀ ਜੀਵਨ ਦੀ ਸੰਸਾਰ ਸਮੁੰਦਰ ਵਿੱਚ ਹੀ ਹੈ। ਕੀ ਜਾਣੀਏ, ਪਤਾ ਨਹੀਂ ਕੀ ਹੋ ਜਾਵੇ, ਡੁੱਬੀਏ ਜਾਂ ਤਰੀਏ। ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੂੰਗੇ ਜੋ ਕਾਚੁਰੀ ਭੂਯੰਗ। ਹੇ ਕਬੀਰ, ਆਪਣੀ ਸੁੰਦਰ ਦੇਹੀ ਨੂੰ ਵੇਖ ਕੇ ਅਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨੂੰ ਅੱਜ ਕੱਲ੍ਹ ਹੀ ਛੱਡ ਜਾਓਗੇ, ਜਿਸ ਤਰ੍ਹਾਂ ਸੱਪ ਕੁੰਜ ਛੱਡ ਜਾਂਦਾ ਹੈ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਹੋਂਗੇ ਪ੍ਰਾਣ ਜਾਹੇਂਗੇ ਛੂਟ। ਹੇ ਕਬੀਰ, ਜੇਕਰ ਲੁੱਟਣਾ ਹੈ ਤਾਂ ਲੁੱਟਣ ਨੂੰ ਰਾਮ ਨਾਮ ਹੈ, ਉਸ ਨੂੰ ਲੁੱਟ, ਨਹੀਂ ਤਾਂ ਪਿੱਛੋਂ ਪਛਤਾਓਗੇ ਜਦੋਂ ਪ੍ਰਾਣ ਨਿਕਲ ਜਾਣਗੇ। ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੈ ਆਗ, ਪਾਂਚੋ ਲਰਿਕਾ ਜਾਰ ਕੈ ਰਹਿ ਰਾਮ ਲਿਵ ਲਾਗ। ਕਬੀਰ ਜੀ ਕਹਿੰਦੇ ਹਨ, ਅਜਿਹਾ ਕੋਈ ਹੀ ਜੰਮਿਆ ਹੈ ਜਿਹੜਾ ਆਪਣੇ ਘਰ ਨੂੰ ਹੀ ਅੱਗ ਲਾ ਦੇਵੇ ਅਤੇ 5 ਲੜਕੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸਾੜ ਕੇ ਪਰਮਾਤਮਾ ਵਿੱਚ ਲਿਵ ਲਾ ਰੱਖੇ। ਕੋ ਹੈ ਲਰਿਕਾ ਵੇਚਈ ਲੜਕੀ ਵੇਚੈ ਕੋਇ, ਸਾਂਝਾ ਕਰੈ ਕਬੀਰ ਸਿਉ ਹਰ ਸੰਗ ਬਨਜ ਕਰੇ। ਕਬੀਰ ਜੀ ਕਹਿੰਦੇ ਹਨ, ਕੋਈ ਮਨ ਰੂਪੀ ਲੜਕਾ ਵੇਚੇ ਤੇ ਕੋਈ ਬੁੱਧੀ ਰੂਪੀ ਲੜਕੀ ਵੇਚੇ, ਅਤੇ ਕੋਈ ਐਸਾ ਪੁਰਸ਼ ਕਬੀਰ ਨਾਲ ਭਾਈਵਾਲੀ ਕਰਕੇ ਪਰਮਾਤਮਾ ਨਾਲ ਸੌਦਾ ਕਰੇ। ਕਬੀਰ
ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ। ਪਾਛੈ ਭੋਗ ਜੋ ਭੋਗਵੇ ਤਿਨ ਕੋ ਗੁੜ ਲੈ ਖਾਏ। ਕਬੀਰ ਜੀ ਕਹਿੰਦੇ ਹਨ, ਮੈਂ ਤੈਨੂੰ ਇੱਕ ਗੱਲ ਯਾਦ ਕਰਾਉਂਦਾ ਹਾਂ ਕਿ ਤੈਨੂੰ ਕੋਈ ਸ਼ੱਕ ਨਾ ਰਹੇ ਕਿ ਜੋ ਤੂੰ ਪਿੱਛੇ ਭੋਗ ਲਏ ਹਨ ਉਹਨਾਂ ਦਾ ਗੁੜ ਲੈ ਖਾਏ। ਭਾਉ ਉਹਨਾਂ ਨੂੰ ਭੁੱਲ ਜਾ, ਉਹ ਤੁੱਛ ਗੁੜ ਖਾਣ ਦੇ ਹੀ ਬਰਾਬਰ ਹਨ। ਅੱਗੇ ਤੋਂ ਨੇਕ ਕਰਮ ਕਰ। ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੇ ਸੋ ਭਲ ਜੋਗ। ਭਗਤ ਨਾ ਛਾੜਿਓ ਰਾਮ ਕੀ, ਭਾਵੇਂ ਨਿੰਦਿਓ ਲੋਗ। ਕਬੀਰ ਜੀ ਕਹਿੰਦੇ ਹਨ, ਮੈਂ ਜਾਣਿਆ ਸੀ ਕਿ ਪੜ੍ਹਨਾ ਚੰਗਾ ਹੈ, ਪਰ ਪੜ੍ਹਨ ਵਾਲੇ ਪੜ੍ਹਨ ਨਾਲੋਂ ਜੋਗ ਵਾਹਿਗੁਰੂ ਨਾਲ ਜੁੜਨਾ ਚੰਗਾ ਹੈ। ਮੈਂ ਪਰਮਾਤਮਾ ਦੀ ਭਗਤੀ ਕਰਨੀ ਨਹੀਂ ਛੱਡਾਂਗਾ, ਭਾਵੇਂ ਸਾਰੇ ਲੋਕ ਮੇਰੀ ਨਿੰਦਿਆ ਹੀ ਕਰਨ। ਕਬੀਰ ਲੋਗ ਕੀ ਨਿੰਦੈ ਬਪੂੜਾ, ਜਿਹ ਮਨ ਨਾਹੀ ਗਿਆਨ। ਰਾਮ ਕਬੀਰਾ ਰਵ ਰਹੇ, ਔਰ ਤਜੇ ਸਭ ਕਾਮ। ਹੇ ਕਬੀਰ, ਲੋਕ ਵਿਚਾਰੇ ਕੀ ਨਿੰਦ ਸਕਦੇ ਹਨ ਜਿਨ੍ਹਾਂ ਦੇ ਮਨ ਵਿੱਚ ਗਿਆਨ ਨਹੀਂ ਹੈ। ਕਬੀਰ ਰਾਮ ਦਾ ਸਿਮਰਨ ਕਰ ਰਿਹਾ ਹੈ ਅਤੇ ਹੋਰ ਸਾਰੇ ਕੰਮ ਛੱਡ ਦਿੱਤੇ ਹਨ। ਕਬੀਰ ਪਰਦੇਸੀ ਕੈ ਕਾਗ ਰੈ, ਚਹੁ ਦਿਸ ਲਾਗੀ ਆਗ। ਖਿੰਥਾ ਜਲ ਕੋਇਲਾ ਭਈ, ਤਾਗੇ ਆਂਚ ਨਾ ਲਾਗ। ਕਬੀਰ ਜੀ ਕਹਿੰਦੇ ਹਨ ਕਿ ਪਰਦੇਸੀ ਦੇ ਘੱਗਰੇ ਨੂੰ 4 ਚੁਫੇਰੇ ਹੀ ਅੱਗ ਲੱਗ ਗਈ, ਜਿਸ ਨਾਲ ਗੋਦੜੀ ਸੜ ਕੇ ਸੁਆਹ ਹੋ ਗਈ ਤੇ ਉਸ ਦੇ ਧਾਗੇ ਨੂੰ ਸੇਕ ਨਾ ਲੱਗਾ। ਪਰਦੇਸੀ ਇਸ ਜੀਵ ਨੂੰ ਕਿਹਾ ਗਿਆ ਹੈ ਜੋ ਕੁਛ ਸਮੇਂ ਲਈ ਹੀ ਇਸ ਮਾਤ ਲੋਕ ਵਿੱਚ ਆਉਂਦਾ ਹੈ। ਘੱਗਰੇ ਤੋਂ ਭਾਵ ਇਹ ਸਰੀਰ ਹੈ। ਚਹੁ ਦਿਸ ਲਾਗੀ ਆਗ, ਕਾਲ ਚੱਕਰ ਦੀ ਅੱਗ ਚੁਫੇਰੇ ਇਸ ਨੂੰ ਲੱਗੀ ਹੋਈ ਹੈ। ਜਿੱਧਰ ਵੀ ਤੇ ਜਿੱਥੇ ਵੀ ਜੀਵ ਹੈ, ਉੱਥੇ ਹੀ ਕਾਲ ਚੱਕਰ ਦੀ ਅੱਗ ਭੜਕ ਰਹੀ ਹੈ। ਖਿੰਥਾ ਇਹ ਸਰੀਰ ਰੂਪੀ ਗੋਦੜੀ, ਤਾਗੇ ਜੀਵ ਆਤਮਾ, ਅਰਥਾਤ ਸਰੀਰ ਸੜ ਕੇ ਸੁਆਹ ਹੋ ਜਾਂਦਾ ਹੈ, ਪਰ ਜੀਵ ਆਤਮਾ ਜਿਉਂ ਦਾ ਤਿਉਂ ਨਵਾਂ ਨਰੋਆ ਆਪਣੇ ਮੂਲ ਵਿੱਚ ਚਲਿਆ ਜਾਂਦਾ ਹੈ। ਕੱਲ੍ਹ 1367 ਅੰਗ 'ਤੇ ਵਿਚਾਰ ਕਰਾਂਗੇ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ਼ ਕਰਨਾ। ਸਤਿਗੁਰੂ ਜੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।